ਪੂਰੇ ਜਗਤ ਦਾ ਮਾਲਕ ਇੱਕੋ ਅਕਾਲ ਪੁਰਖ ਹੈ, ਜਿਸ ਦੀ ਉਸਤਤ ਪੂਰੇ ਸੰਸਾਰ ਵਿੱਚ ਹੋ ਰਹੀ ਹੈ। ਗੁਰੂ ਨਾਨਕ ਦੇਵ ਜੀ ਨੇ ਪੂਰੇ ਸੰਸਾਰ ਨੂੰ ਇੱਕੋ ਧਾਗੇ ਵਿੱਚ ਪਰੋ ਕੇ ਰੱਖ ਦਿੱਤਾ। ਇਸ ਤੋਂ ਵਧੀਆ ਤਰਾਨਾ ਹੋਰ ਕੀ ਹੋ ਸਕਦਾ ਹੈ। ਆਓ ਅੱਜ ਅਸੀਂ ਸਾਰੇ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਕਦੋਂ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਾਂਗੇ, ਕਦੋਂ ਸੁਣਾਂਗੇ ਅਤੇ ਕਦੋਂ ਸਮਝਾਂਗੇ ਅਤੇ ਕਦੋਂ ਉਸ ਦੀ ਬਾਣੀ ਉੱਪਰ ਅਮਲ ਕਰਾਂਗੇ। ਗੁਰੂ ਨਾਨਕ ਦੇਵ ਜੀ ਨੇ ਜਿਹੜੇ ਫੁੱਲ ਛਿੜਕਣ ਤੋਂ ਵਰਜਿਆ ਸੀ, ਅਸੀਂ ਜਹਾਜ਼ ਰਾਹੀਂ ਉਹਨਾਂ ਫੁੱਲਾਂ ਥੱਲੇ ਹੀ ਬਾਬੇ ਨੂੰ ਢੱਕ ਦਿੱਤਾ ਹੈ। ਬਾਬੇ ਦੇ ਸਿਧਾਂਤਾਂ ਨੂੰ ਫੁੱਲਾਂ ਨਾਲ ਹੀ ਛਿਪਾ ਲਿਆ ਹੈ। ਜਦੋਂ ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਪੁੱਜੇ ਤਾਂ ਮੰਦਰ ਵਿੱਚ ਪੰਡਤਾਂ ਨੂੰ ਆਰਤੀ ਕਰਦਿਆਂ ਵੇਖ ਕੇ ਉਹਨਾਂ ਨੂੰ ਬ੍ਰਹਿਮੰਡ ਵਿੱਚ ਕੁਦਰਤ ਵੱਲੋਂ ਹੁੰਦੀ ਹੋਈ ਸੱਚੀ ਆਰਤੀ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਆਪ ਜੀ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਇਸ ਆਰਤੀ ਦਾ ਬਿਆਨ ਰਾਗ ਧਨਾਸਰੀ ਵਿੱਚ ਕੀਤਾ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 663 ਤੇ ਦਰਜ ਹੈ। ਗगन में थाल रव चंद दीपक बने तारका मंडल जनक मोती धूप मल आन लो पवन चवरो करे सगल बन राय फूलंत ज्योति। माल्या पर्वत वालों आने वाली हवा मानो धूप ते हवा चौर कर रही है। सारी बनस्पति जोत रूप प्रभु की आरती वास्ते फुल दे रही है। कुदरत विच तेरी कैसी सुंदर आरती हो रही है। हे जीवां दे जन्म मरण नाश करन वाले, ये है तेरी अद्भुत आरती। In the bowl of the sky, the sun and moon are the lamps, the stars in the constellation are the pearls, the fragrance of sandalwood is the incense, the wind is the fan, and all the vegetations are flowers in offering to you, O my luminous Lord। ਗगन में थाल ਸਿੱਖ ਧਰਮ ਵਿੱਚ ਇੱਕ ਆਰਤੀ ਹੈ, ਜਿਸ ਦਾ ਜਾਪ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਇਸ ਨੂੰ ਉਹਨਾਂ ਨੇ ਪੂਰਬ ਭਾਰਤ ਦੀ ਉਦਾਸੀ ਦੌਰਾਨ ਜਗਨਨਾਥ ਮੰਦਰਪੁਰੀ ਵਿਖੇ ਸੁਣਾਇਆ ਗਿਆ ਸੀ। ਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਰਾਗ ਵਿੱਚ ਮੰਦਰਾਂ ਵਿੱਚ ਉਤਾਰੀ ਜਾਣ ਵਾਲੀ ਆਰਤੀ ਦੇ ਸਮਾਨਾਂਤਰ ਇਸ ਆਰਤੀ ਦੀ ਰਚਨਾ ਕੀਤੀ। ਪੂਰਨ ਸਿੰਘ ਅਨੁਸਾਰ ਕਾਸ਼ੀ ਵਿੱਚ ਬੜੇ ਬੜੇ ਪੜ੍ਹੇ ਲਿਖੇ ਪੰਡਤ ਥਾਲ ਵਿੱਚ ਦੀਵੇ ਬਾਲ ਕੇ ਇੱਕ ਪੱਥਰ ਦੇ ਬੁੱਤ ਅੱਗੇ ਆਰਤੀ ਕਰਦੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪ ਦੇਖੇ ਤਾਂ ਆਪ ਨੂੰ ਸਭ ਕੁਝ ਹੀ ਕੂੜ ਦਿਸਿਆ। ਆਪ ਨੇ ਗगन में थाल ਆਪਣੀ ਕਾਸਮਿਕ ਅਨੇਕ ਆਕਾਸ਼ੀ ਆਰਤੀ ਉਚਾਰਨ ਕੀਤੀ। ਇਹ ਆਰਤੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੇ ਹੋਰ ਗੁਰਦੁਆਰਿਆਂ ਸਾਹਿਬ ਵਿਖੇ ਹਰ ਰੋਜ਼ ਰਹਿਰਾਸ ਸਾਹਿਬ ਤੇ ਅਰਦਾਸ ਦੇ ਪਾਠ ਤੋਂ ਬਾਅਦ ਗਾਈ ਜਾਂਦੀ ਹੈ। ਪਲੇਟਾਂ ਤੇ ਦੀਵੇ ਨਹੀਂ ਜਗਾਏ ਜਾਂਦੇ। ਆਰਤੀ ਹਿੰਦੂ ਪੂਜਾ ਉਪਾਸਨਾ ਦੀ ਇੱਕ ਵਿਧੀ ਹੈ। ਇਸ ਵਿੱਚ ਦੀਵਿਆਂ ਦੀ ਲौ ਜਾਂ ਇਸ ਦੇ ਸਮਾਨ ਕੁਝ ਵਸਤਾਂ ਨੂੰ ਦੇਵੀ ਦੇਵਤੇ ਦੇ ਸਾਹਮਣੇ ਇੱਕ ਵਿਸ਼ੇਸ਼ ਅੰਦਾਜ਼ ਨਾਲ ਘੁਮਾਇਆ ਜਾਂਦਾ ਹੈ। ਇਹ ਲੌ ਘੀ ਜਾਂ ਤੇਲ ਦੇ ਦੀਵਿਆਂ ਦੀ ਹੋ ਸਕਦੀ ਹੈ ਜਾਂ ਕਪੂਰ ਦੀ। ਇਸ ਵਿੱਚ ਕਈ ਵਾਰ ਧੂਫ ਵਗੈਰਾ ਖੁਸ਼ਬੂਦਾਰ ਪਦਾਰਥਾਂ ਨੂੰ ਵੀ ਮਿਲਾਇਆ ਜਾਂਦਾ ਹੈ। ਕਈ ਵਾਰ ਇਸ ਦੇ ਨਾਲ ਭਜਨ ਤੇ ਨਾਚ ਵੀ ਹੁੰਦਾ ਹੈ। ਮੰਦਰਾਂ ਵਿੱਚ ਇਸ ਨੂੰ ਪ੍ਰਭਾਤ, ਸਾਂਝ ਤੇ ਰਾਤ ਨੂੰ ਦਰਵਾਜ਼ੇ ਬੰਦ ਹੋਣ ਤੋਂ ਪਹਿਲਾਂ ਕੀਤਾ ਜਾਂਦਾ ਹੈ। ਤਾਮਿਲ ਭਾਸ਼ਾ ਵਿੱਚ ਇਸ ਨੂੰ ਦੀਪ ਆਰਾਧਨੀ ਕਹਿੰਦੇ ਹਨ। ਆਰਤੀ ਸ਼ਬਦ ਦੇ ਆਰਾਤਮਿਕ ਸ਼ਬਦ ਦਾ ਅਪਭ੍ਰੰਸ਼ ਰੂਪ ਹੈ, ਭਾਵ ਉਹ ਜੋਤ ਜੋ ਰਾਤ ਤੋਂ ਬਿਨਾਂ ਵੀ ਜਗਾਈ ਜਾਏ। ਆਰਤੀ ਕਰਨੀ ਮਤਲਬ ਦੁੱਖ ਪੂਰਨ ਜਾਂ ਆਜਜੀ ਦੇ ਸੁਰ ਵਿੱਚ ਇਸ ਦੇਵ ਤੋਂ ਮੰਗਲ ਕਾਮਨਾ ਕਰਨੀ ਹੈ। ਮੱਧ ਯੁੱਗ ਦੇ ਵੈਸ਼ਨਵ ਭਗਤਾਂ ਵਿੱਚ ਆਰਤੀ ਉਤਾਰਨ ਦਾ ਬਹੁਤ ਰਿਵਾਜ ਸੀ। ਨਿਰਗੁਣ ਉਪਾਸਕ ਭਗਤਾਂ ਨੇ ਇਸ ਦਿਖਾਵੇ ਦੇ ਆਚਾਰ ਨੂੰ ਵਿਅਰਥ ਸਮਝ ਕੇ ਸੱਚੇ ਅਰਥਾਂ ਵਿੱਚ ਸਹਿਜ ਸੁਭਾਵਿਕ ਆਰਤੀ ਕਰਨ ਉੱਤੇ ਬਲ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਰਾਗ ਵਿੱਚ
ਪਰਮਾਤਮਾ ਦੇ ਵਿਰਾਟ ਰੂਪ ਵਾਲੀ ਸਹਿਜ ਆਰਤੀ ਦਾ ਸਰੂਪ ਸਪਸ਼ਟ ਕੀਤਾ, ਜਿਸ ਵਿੱਚ ਬ੍ਰਹਿਮੰਡ ਦੀ ਹਰ ਵਸਤੂ ਆਪਣੀ ਸ਼ਕਤੀ ਤੇ ਸਮਰੱਥਾ ਅਨੁਸਾਰ ਜੁਟੀ ਹੋਈ ਹੈ। ਗਗਨ ਮੈਂ ਥਾਲ ਰਵ ਚੰਦ ਦਾ ਭਾਵ ਅੰਬਰ ਦੀ ਥਾਲੀ ਵਿੱਚ ਸੂਰਜ ਚੰਨ ਦੀਵੇ ਹਨ, ਤਾਰੇ ਆਪਣੇ ਚੱਕਰਾਂ ਸਣੇ ਜੜੇ ਹੋਏ ਹਨ। ਭਾਰਤ ਦੇ ਮਸ਼ਹੂਰ ਸੰਤ ਕਵੀ ਰਵਿੰਦਰਨਾਥ ਟੈਗੋਰ ਨੂੰ ਇੱਕ ਵਾਰ ਬਲਰਾਜ ਸਾਹਨੀ, ਜੋ ਉਸ ਸਮੇਂ ਸ਼ਾਂਤੀ ਨਿਕੇਤਨ ਵਿੱਚ ਪੜ੍ਹਾਉਂਦੇ ਸਨ, ਨੇ ਪੁੱਛਿਆ ਸੀ ਕਿ ਜਿਸ ਤਰ੍ਹਾਂ ਉਸਨੇ ਭਾਰਤ ਦਾ ਰਾਸ਼ਟਰੀ ਗੀਤ ਲਿਖਿਆ ਹੈ, ਉਹ ਦੁਨੀਆ ਲਈ ਇੱਕ ਕਿਉਂ ਨਹੀਂ ਲਿਖਦੇ। ਤਾਂ ਸ਼੍ਰੀ ਰਵਿੰਦਰਨਾਥ ਟੈਗੋਰ ਜੀ ਨੇ ਜਵਾਬ ਦਿੱਤਾ ਕਿ ਇਹ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ। ਇਹ ਗੁਰੂ ਨਾਨਕ ਦੇਵ ਜੀ ਨੇ ਜਗਨਨਾਥਪੁਰੀ ਵਿਖੇ ਸਵਾਮੀ ਸਰਬ ਵਿਆਪੀ ਪਰਮਾਤਮਾ ਨੂੰ ਆਰਤੀ ਦੇ ਤੌਰ 'ਤੇ ਗਾਇਆ ਸੀ। ਇਹ ਆਰਤੀ ਸਿਰਫ ਵਿਸ਼ਵ ਲਈ ਹੀ ਨਹੀਂ ਬਲਕਿ ਸਾਰੇ ਬ੍ਰਹਿਮੰਡ ਲਈ ਹੈ। ਇਹ ਉਸ ਆਰਤੀ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਸਨੇ ਖੁਦ ਇਸ ਦਾ ਬੰਗਲਾ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ। ਅਮਰਦਾਸ ਜੀ ਪ੍ਰਕਾਸ਼ ਪੁਰਬ 'ਤੇ ਗੁਰੂ ਨਗਰੀ ਨੂੰ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ। ਗੁਰੂ ਰਾਮਦਾਸ ਲੰਗਰ ਭਵਨ ਨੂੰ 1000 ਕੁਆਂਟਲ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ। ਕੁੱਲ ਗੇਂਦੇ ਦੇ 10 ਟਨ ਫੁੱਲ ਉਜੈਨ ਤੋਂ ਮੰਗਵਾਏ ਗਏ। ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਬੇਨਤੀ ਪੱਤਰ ਵਿੱਚ ਲਿਖਿਆ ਕਿ 29 ਅਕਤੂਬਰ ਵਾਲੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਜੋ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਸੀ, ਉਸ ਨਗਰ ਕੀਰਤਨ ਵਿੱਚ ਹਾਜ਼ਰ ਸੰਗਤਾਂ 'ਤੇ ਬੜੇ ਨੀਵੇਂ ਉਡਾਏ ਹੈਲੀਕਾਪਟਰ ਰਾਹੀਂ ਫੁੱਲ ਬਰਸਾਉਣ ਦੀ ਬਹੁਤ ਖਤਰਨਾਕ ਕਾਰਵਾਈ ਕੀਤੀ ਗਈ। ਕੀ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਤੇ ਅਮਲ ਕੀਤਾ ਹੈ? ਉਹਨਾਂ ਦੀ ਲਿਖੀ ਆਰਤੀ 'ਤੇ ਸਾਨੂੰ ਅਮਲ ਕਰਨ 'ਤੇ ਉਸ ਨੂੰ ਸਮਝਣ ਦੀ ਲੋੜ ਹੈ। ਇਹ ਪੈਸਾ ਅਸੀਂ ਬੱਚਿਆਂ ਦੀ ਪੜ੍ਹਾਈ ਅਤੇ ਲੋੜਵੰਦ ਗਰੀਬਾਂ ਦੀ ਬਿਮਾਰੀ 'ਤੇ ਵੀ ਲਾ ਸਕਦੇ ਹਾਂ। ਸਿੱਖੀ ਦੇ ਪ੍ਰਚਾਰ 'ਤੇ ਵੀ ਲਾਉਣਾ ਜ਼ਰੂਰੀ ਹੈ। ਸਿੱਖ ਧਰਮ ਦੇ ਪ੍ਰਚਾਰ ਕਰਨ ਵਾਲੇ ਅਤੇ ਰਾਗੀ ਗ੍ਰੰਥੀ ਸਿੰਘਾਂ ਦੀ ਤਨਖਾਹ 'ਚੋਂ ਕਟੌਤੀ ਕੀਤੀ ਜਾਂਦੀ ਹੈ। ਉਹਨਾਂ ਨੂੰ ਬਣਦੀ ਤਨਖਾਹ ਦੇਣੀ ਵੀ ਜ਼ਰੂਰੀ ਹੈ। ਉਹਨਾਂ ਨੇ ਵੀ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ, ਜਿਸ ਨਾਲ ਗੁਰੂ ਘਰ 'ਚ ਹੁੰਦੀਆਂ ਚੋਰੀਆਂ ਰੁਕ ਸਕਣ। ਗੁਰੂ ਘਰਾਂ ਦੀਆਂ ਵੀਡੀਓ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪ੍ਰੀਤ ਸੈਣੀ ਵੀ ਵੀਡੀਓਜ਼ YouTube 'ਤੇ ਅਕਸਰ ਹੀ ਅਪਲੋਡ ਕਰਦੇ ਹਨ। ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜੋ ਇਹ ਸਵਾਲ ਪੁੱਛ ਰਹੇ ਹਨ ਪ੍ਰੀਤ ਸੈਣੀ ਜੀ, ਉਹਨਾਂ ਦੇ ਜਵਾਬ ਦੇਣ ਦੀ ਵੀ ਲੋੜ ਹੈ, ਨਹੀਂ ਤਾਂ ਸ਼੍ਰੋਮਣੀ ਕਮੇਟੀ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਨਜ਼ਰ ਆਵੇਗੀ। ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਦੀ ਅਤੇ ਅਮਲ ਕਰਨ ਦੀ ਅੱਜ ਸਾਨੂੰ ਸਾਰਿਆਂ ਨੂੰ ਲੋੜ ਹੈ, ਜਿੱਥੋਂ ਅਸੀਂ ਥਿੜਕ ਚੁੱਕੇ ਹਾਂ। ਉੜੀਸਾ ਦੇ ਜਗਨਨਾਥਪੁਰੀ ਵਿੱਚ ਅੱਜ ਤੋਂ ਤਕਰੀਬਨ 550 ਸਾਲ ਪਹਿਲਾਂ ਜਗਤ ਗੁਰੂ ਬਾਬੇ ਨਾਨਕ ਨੇ ਕਦਮ ਰੱਖੇ ਅਤੇ ਉੱਥੇ ਜਮ੍ਹਾਂ ਹੋਏ ਹਜ਼ਾਰਾਂ ਦੀ ਗਿਣਤੀ 'ਚ ਜਗਨਨਾਥ ਦੀ ਮੂਰਤੀ ਨੂੰ ਮੰਨਣ ਵਾਲੇ ਉਸ ਦੀ ਉਸਤਤ 'ਚ ਗਾ ਰਹੇ, ਆਰਤੀ ਕਰ ਰਹੇ ਲੋਕਾਂ ਨੂੰ ਸਮਝਾਇਆ, ਜੋ ਕਿ ਉਹ ਆਰਤੀ ਅੱਜ ਵੀ ਕਰ ਰਹੇ ਹਨ। ਇਹ ਲੋਕ ਹੱਥ ਵਿੱਚ ਫੁੱਲ ਫੜ ਕੇ ਮੂਰਤੀ 'ਤੇ ਸੁੱਟੀ ਜਾ ਰਹੇ ਹਨ। ਬੇਵਾਕ ਅਤੇ ਨਿਡਰ ਗੁਰੂ ਨਾਨਕ ਨੇ ਉੱਥੇ ਇਕੱਤਰ ਸ਼ਰਧਾਲੂਆਂ ਅਤੇ ਹਜੂਮਾਂ ਦੀ ਕੋਈ ਪਰਵਾਹ ਨਾ ਕਰਦਿਆਂ ਮੂਰਤੀ ਦੀ ਉਸਤਤ ਕਰਨ ਦੇ ਕਾਰਜ ਨੂੰ ਵਿਅਰਥ ਆਖਿਆ ਅਤੇ ਸਮਝਾਇਆ ਕਿ ਨਿਰੇ ਕੁਝ ਫੁੱਲ ਸੁੱਟਣ ਨਾਲ ਜਗਤ ਦੇ ਮਾਲਕ ਦੀ ਉਸਤਤ ਜਾਂ ਵਡਿਆਈ ਨਹੀਂ ਹੋ ਸਕਦੀ। ਇਸ ਤਰ੍ਹਾਂ ਤਾਂ ਸਾਰੀ ਬਨਸਪਤੀ ਹੀ ਉਸ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਹੈ। ਸਗਲ ਬਨਰਾਏ ਫੁੱਲੰਤ ਜੋਤੀ, ਭਾਵ ਸਾਰੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਵਾਸਤੇ ਫੁੱਲ ਦੇ ਰਹੀ ਹੈ। ਨੋਬਲ ਪੁਰਸਕਾਰ ਜੇਤੂ ਗੈਰ ਸਿੱਖ ਪ੍ਰਬੰਧਕ ਨਾਥ ਟੈਗੋਰ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਪੜ੍ਹਿਆ ਸੀ, ਸਮਝਿਆ ਸੀ, ਜੋ ਅਸੀਂ ਸਿੱਖ ਹੋ ਕੇ ਵੀ ਨਹੀਂ ਪੜ੍ਹ ਸਕੇ ਨਾ ਸਮਝ ਸਕੇ। ਕਿਸੇ ਨੇ ਰਵਿੰਦਰਨਾਥ ਟੈਗੋਰ ਨੂੰ ਸਵਾਲ ਕੀਤਾ ਕਿ ਤੁਸੀਂ ਹਿੰਦੁਸਤਾਨ ਦਾ ਕੌਮੀ ਤਰਾਨਾ ਤਾਂ ਲਿਖ ਦਿੱਤਾ ਹੈ, ਪਰ ਪੂਰੇ ਵਿਸ਼ਵ ਦਾ ਤਰਾਨਾ ਕਦੋਂ ਲਿਖੋਗੇ? ਪਤਾ ਜੇ ਰਵਿੰਦਰਨਾਥ ਟੈਗੋਰ ਜੀ ਨੇ ਕੀ ਜਵਾਬ ਦਿੱਤਾ ਸੀ? ਰਵਿੰਦਰਨਾਥ ਟੈਗੋਰ ਜੀ ਨੇ ਜਵਾਬ ਦਿੱਤਾ ਕਿ ਨਹੀਂ,
ਮੈਂ ਇਹ ਨਹੀਂ ਲਿਖਣਾ ਕਿਉਂਕਿ ਸਾਨੂੰ ਅੱਜ ਪੜ੍ਹਨ ਲਿਖਣ ਖੋਜਣ ਦੀ ਆਦਤ ਹੀ ਨਹੀਂ ਰਹੀ। ਉਹ ਖਾਲਸਿਓ ਸੁਣੋ, ਤੁਸੀਂ ਸਾਰੇ ਆਪਣਾ ਮਾਣ ਨਾਲ ਸਿਰ ਉੱਚਾ ਕਰ ਲਵੋ। ਰਵਿੰਦਰਨਾਥ ਟੈਗੋਰ ਦਾ ਜਵਾਬ ਸੀ ਕਿ ਪੂਰੇ ਵਿਸ਼ਵ ਦਾ ਤਰਾਨਾ ਤਾਂ ਕਈ 100 ਸਾਲ ਪਹਿਲਾਂ ਹੀ ਸਤਿਗੁਰੂ ਨਾਨਕ ਸਾਹਿਬ ਲਿਖ ਕੇ ਗੁਰੂ ਗ੍ਰੰਥ ਵਿੱਚ ਦੇ ਗਏ ਹਨ। ਗगन में थाल रवचंद दीपक बने तारका मंडल जनक मोती तूप मल आलो पवन चवरो करे सगल बन राए फूलंत ज्योति। ਅਸੀਂ ਉਸ ਗੁਰੂ ਨਾਨਕ ਦੇਵ ਜੀ ਨੂੰ ਕਦੋਂ ਪੜ੍ਹਾਂਗੇ, ਕਦੋਂ ਸਮਝਾਂਗੇ ਅਤੇ ਕਦੋਂ ਸੁਣਾਂਗੇ? ਦਰਬਾਰ ਸਾਹਿਬ ਵਿੱਚ ਫੁੱਲ ਪੈਣ ਜਾਂ ਜਗਨਨਾਥਪੁਰੀ ਵਿੱਚ ਕੀ ਫਰਕ ਪੈਂਦਾ ਹੈ? ਸਾਡੇ ਅਤੇ ਪੁਰੀ ਦੇ ਪੁਜਾਰੀਆਂ ਵਿੱਚ ਕੀ ਫਰਕ ਹੈ? ਇਹ ਸਾਨੂੰ ਅੱਜ ਸਮਝਣ ਦੀ ਲੋੜ ਹੈ ਕਿ ਅਸੀਂ ਉਸ ਬਾਬੇ ਨਾਨਕ ਦੀ ਬਾਣੀ ਨੂੰ, ਜੋ ਉਹਨਾਂ ਨੇ ਉਸ ਆਰਤੀ ਵਿੱਚ ਲਿਖਿਆ, ਉਸ ਆਰਤੀ ਵਿੱਚ ਲਿਖ ਕੇ ਸਾਨੂੰ ਸਮਝਾਇਆ, ਕੀ ਅਸੀਂ ਉਸ ਨੂੰ ਸਮਝਿਆ? ਇਸ ਨੂੰ ਸਮਝਣ ਦੀ ਲੋੜ ਹੈ। ਆਓ ਸਾਰੇ ਰਲ ਕੇ ਅੱਜ ਆਪਾਂ ਉਸ ਬਾਬੇ ਨਾਨਕ ਦੀ ਬਾਣੀ ਨੂੰ ਸਮਝੀਏ, ਪੜ੍ਹੀਏ ਅਤੇ ਉਸ ਉੱਤੇ ਅਮਲ ਕਰੀਏ। ਤੁਸੀਂ ਸਾਰੇ ਮੈਨੂੰ ਇਹ ਵੀਡੀਓ ਸੁਣ ਕੇ ਆਪਣੇ ਆਪਣੇ ਕਮੈਂਟ ਵਿੱਚ ਜ਼ਰੂਰ ਦੱਸਣਾ ਕਿ ਦਰਬਾਰ ਸਾਹਿਬ ਵਿੱਚ ਫੁੱਲ ਲਾਉਣੇ ਜ਼ਰੂਰੀ ਹਨ ਜਾਂ ਉਸ ਗੁਰੂ ਨਾਨਕ ਦੇਵ ਜੀ ਦੀ ਲਿਖੀ ਬਾਣੀ ਉੱਤੇ ਸਾਨੂੰ ਅਮਲ ਕਰਨਾ ਜ਼ਰੂਰੀ ਹੈ।